ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ ਤੇ ਅੱਜ ਦੀ ਇਸ ਵਿਚਾਰ ਨੂੰ ਸ਼ੁਰੂ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਰਦਾਸ ਉੱਪਰ ਚੱਲ ਰਹੀ ਲੜੀ ਦੇ ਅਨੁਸਾਰ ਅੱਜ ਸਾਡਾ ਇਸ ਉੱਪਰ ਜਿਹੜਾ ਆਖਰੀ ਵਿਚਾਰ ਆ ਸਾਧ ਸੰਗਤ ਜੀ, ਉਹ ਤੁਹਾਡੇ ਨਾਲ ਸਾਂਝਾ ਕੀਤਾ ਜਾਏਗਾ। ਪਿਛਲੇ ਹਫਤੇ ਜਿਸ ਕਾਰਜ ਲਈ ਅਰਦਾਸ ਗੁਰੂ ਪਾਤਸ਼ਾਹ ਅੱਗੇ ਕੀਤੀ ਜਾਂਦੀ ਆ ਉਸ ਬਾਰੇ ਜਾਚਨਾ ਕੀਤੀ ਸੀ ਤੇ 47 ਦੇ ਉਸ ਦੁਖਾਂਤ ਦੀ, ਉਸ ਬਟਵਾਰੇ ਦੀ, ਉਸ ਵੰਡ ਦੀ, ਜਿਸ ਕੇ ਕਾਰਨ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮਾਂ ਵਾਲਾ ਜਿਹੜਾ ਬੰਦ ਸੀ ਉਹ ਅਰਦਾਸ ਦੇ ਵਿੱਚ ਜੋੜਨਾ ਪਿਆ। ਇਹ ਸਾਰੇ ਕਾਰਜ ਤੋਂ ਬਾਅਦ ਜਦੋਂ ਅਰਦਾਸ ਦੀ ਸੰਪੂਰਨਤਾ ਹੁੰਦੀ ਆ ਤੇ ਅਰਦਾਸੀ ਸਿੰਘ ਜਿਹੜਾ ਹੁੰਦਾ ਆ, ਅਰਦਾਸੀਆ ਸਿੱਖ, ਉਹ ਗੁਰੂ ਪਾਤਸ਼ਾਹ ਅੱਗੇ ਇੱਕ ਬੇਨਤੀ ਕਰਦਾ ਕਿ ਸਮੁੱਚੇ ਕਾਰਜ ਨੂੰ ਨਿਭਾਉਂਦਿਆਂ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ। ਇੱਥੇ ਸਾਨੂੰ ਧਿਆਨ ਦੇਣ ਦੀ ਲੋੜ ਆ ਕਿ ਜਦੋਂ ਬਾਣੀ ਪੜ੍ਹੀ ਜਾਂਦੀ ਆ ਜਾਂ ਅਰਦਾਸ ਕੀਤੀ ਜਾਂਦੀ ਆ, ਜਿਹੜੇ ਸ਼ਬਦ ਅਸੀਂ ਵਰਤਦੇ ਹੈਗੇ ਆ ਉਹਨਾਂ ਨੂੰ ਉਚਾਰਨ ਲੱਗਿਆਂ ਉਹਨਾਂ ਦੇ ਵਿੱਚ ਜੇ ਕੋਈ ਕੁਤਾਹੀ ਹੋਈ ਆ, ਕਿਉਂਕਿ ਹਰ ਸਿੱਖ ਨੂੰ ਇਸ ਭਾਵਨਾ ਦਾ, ਇਸ ਪਵਿੱਤਰਤਾ ਦਾ ਅਹਿਸਾਸ ਹੁੰਦਾ ਕਿ ਬਾਣੀ ਜਿਹੜੀ ਆ ਉਸ ਲਈ ਬੜੀ ਪਵਿੱਤਰ ਆ ਤੇ ਇਸ ਦਾ ਜਿਹੜਾ ਸ਼ੁੱਧ ਉਚਾਰਨ ਆ ਉਸ ਦੀ ਵੀ ਬੜੀ ਮਹਾਨਤਾ ਹੈਗੀ ਆ। ਪਰ ਉਸ ਨੂੰ ਆਪਣੀ ਜਿਹੜੀ ਊਣਤਾਈ ਹੁੰਦੀ ਆ ਕਿ ਉਸ ਨੂੰ ਪਤਾ ਕਿ ਉਸ ਦੇ ਅੰਦਰ ਬੜੀਆਂ ਘਾਟਾਂ ਨੇ, ਬੜੀਆਂ ਕਮੀਆਂ ਨੇ, ਕਿ ਉਹ ਚਾਹ ਕੇ ਵੀ ਹੋ ਸਕਦਾ ਬਾਣੀ ਸ਼ੁੱਧ ਨਾ ਪੜ੍ਹ ਸਕੇ। ਇਸ ਲਈ ਜਾਚਨਾ ਕੀਤੀ ਜਾਂਦੀ ਕਿ ਬਾਣੀ ਨੂੰ ਪੜ੍ਹਦਿਆਂ ਹੋਇਆਂ ਜੇ ਕਿਧਰੇ ਕੋਈ ਅੱਖਰ ਵਾਧਾ ਘਾਟਾ ਜਾਂ ਹੋਰ ਕਿਸੇ ਪ੍ਰਕਾਰ ਦੀ ਵੀ ਭੁੱਲ ਹੋ ਗਈ ਆ ਤੇ ਉਸ ਨੂੰ ਮਾਫ ਕਰ ਦਿੱਤਾ ਜਾਏ। ਤੇ ਜਦੋਂ ਅਸੀਂ ਇਸ ਗੁਰਬਾਣੀ ਦੀ ਪੰਕਤੀ ਨੂੰ ਵਿਚਾਰਦੇ ਹਾਂ, ਅਰਦਾਸ ਦੀ ਇਸ ਪੰਕਤੀ ਦਾ ਸਾਡੇ ਮਨ ਦੇ ਅੰਦਰ ਧਿਆਨ ਹੁੰਦਾ ਜਿਹਦੇ ਵਿੱਚ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ, ਤੇ ਸਾਨੂੰ ਆਪਣੀ ਊਣਤਾਈਆਂ ਦਾ ਅਹਿਸਾਸ ਹੋਣਾ ਚਾਹੀਦਾ ਆ ਕਿ ਗੁਰਬਾਣੀ ਦੇ ਅਨੁਸਾਰ ਜੇ ਕੋਈ ਸੰਪੂਰਨ ਆ ਉਹ ਇੱਕ ਵਾਹਿਗੁਰੂ ਤੇ ਦੂਸਰਾ ਗੁਰੂ ਹੁੰਦਾ ਆ। ਦੁਨਿਆਵੀ ਜੀਵ ਜਿਹੜੇ ਹੁੰਦੇ ਨੇ ਇਹ ਊਣਤਾਈਆਂ ਦੇ ਘਾਟਾਂ ਦੇ ਵਿੱਚ ਬੱਝੇ ਹੋਏ ਹੁੰਦੇ ਨੇ। ਗੁਰੂ ਪਾਤਸ਼ਾਹ ਦਾ ਬਚਨ ਵੀ ਆ ਜੀ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਕਿ ਅਸੀਂ ਸਾਰੇ ਜਿਹੜੇ ਜੀਵ ਹੈਗੇ ਆ ਅਸੀਂ ਭੁੱਲਣ ਅੰਦਰ ਆ। ਸਾਡੇ ਕੋਲ ਚਾਹੁੰਦਿਆਂ ਹੋਇਆਂ ਨਾ ਚਾਹੁੰਦਿਆਂ ਹੋਇਆਂ ਵੀ ਜੀਵਨ ਦੇ ਵਿੱਚ ਵਿਚਰਦਿਆਂ ਹੋਇਆਂ, ਬਾਣੀ ਪੜ੍ਹਦਿਆਂ ਹੋਇਆਂ ਬੜੀਆਂ ਭੁੱਲਾਂ ਹੋ ਜਾਂਦੀਆਂ ਨੇ। ਪਰ ਮਨੁੱਖ ਦੀ ਇੱਕ ਫਿਤਰਤ ਹੁੰਦੀ ਆ ਕਿ ਇਨਸਾਨ ਆਪਣੇ ਆਪ ਨੂੰ ਗਲਤ ਨਹੀਂ ਸਮਝਦਾ। ਇਹ ਬੜੀ ਵੱਡੀ ਸਾਡੇ ਮਨ ਦੀ ਜਿਹੜੀ ਇੱਕ ਸੁਭਾਅ ਦੀ ਆਦਤ ਹੈ ਕਿ ਇਹ ਥੋੜ੍ਹੀ ਕਿਤੇ ਆਪਣੀਆਂ ਗਲਤੀਆਂ ਨੂੰ ਸਵੀਕਾਰ ਨਹੀਂ ਕਰਦਾ। ਪਰ ਜਦੋਂ ਗੁਰਬਾਣੀ ਦਾ ਧਿਆਨ ਧਰਦੇ ਹਾਂ ਤੇ ਗੁਰੂ ਪਾਤਸ਼ਾਹ ਨੇ ਬੜਾ ਸਪਸ਼ਟ ਕਰ ਦਿੱਤਾ ਇੱਥੇ ਕਿ ਭੁੱਲਣ ਅੰਦਰ ਸਭ ਕੋ। ਅਸੀਂ ਜਿੰਨੇ ਵੀ ਦੁਨਿਆਵੀ ਜੀਵ ਹਾਂ ਅਸੀਂ ਭੁੱਲਾਂ ਦੇ ਘੇਰੇ ਵਿੱਚ ਬੱਝੇ ਹੋਏ ਹਾਂ। ਅਸੀਂ ਭੁੱਲਾਂ ਕਰਦੇ ਹਾਂ ਪਰ ਅਸੀਂ ਆਪਣੀ ਭੁੱਲ ਨੂੰ ਕਦੀ ਚਿਤਾਰਦੇ ਨਹੀਂ। ਜਦੋਂ ਸਾਡੇ ਸਾਹਮਣੇ ਕੋਈ ਦੂਸਰਾ ਕੋਈ ਗਲਤੀ ਕਰਦੇ ਅਸੀਂ ਉਸ ਦੀ ਗਲਤੀ ਨੂੰ ਉਛਾਲਣਾ ਸ਼ੁਰੂ ਕਰ ਦਿੰਦੇ ਹਾਂ। ਇਸ ਤਰ੍ਹਾਂ ਦੀ ਜਿਹੜੀ ਫਿਤਰਤ ਆ ਉਹ ਸਾਡੇ ਵਿੱਚ ਨਹੀਂ ਹੋਣੀ ਚਾਹੀਦੀ। ਜੇ ਹੁੰਦੀ ਆ ਤੇ ਸਮਝੋ ਅਸੀਂ ਗੁਰਬਾਣੀ ਦਾ ਜੋ ਸਾਨੂੰ ਫਰਮਾਨ ਆ ਉਸ 'ਤੇ ਵਿਪਰੀਤ ਜਾ ਰਹੇ ਹਾਂ, ਉਸ 'ਤੇ ਉਲਟ ਜਾ ਰਹੇ ਹਾਂ। ਅਸੀਂ ਸਾਰੇ ਇੱਕ ਮਾਰਗ 'ਤੇ ਚੱਲ ਰਹੇ ਹਾਂ ਵਾਹਿਗੁਰੂ ਨੂੰ ਮਿਲਣ ਦੇ, ਤੇ ਇਹਦੇ ਵਿੱਚ ਅਸੀਂ ਸਾਰੇ ਯਾਤਰੀ ਹਾਂ। ਸਾਧ ਸੰਗਤ ਇਸ ਗੱਲ ਦਾ ਅਹਿਸਾਸ ਰੱਖਣਾ ਆਪਣੇ ਮਨ ਦੇ ਵਿੱਚ। ਅਸੀਂ ਸਾਰੇ ਇੱਕੋ ਰਸਤੇ 'ਤੇ ਤੁਰੇ ਜਾ ਰਹੇ ਹਾਂ ਤੇ ਜਦੋਂ ਇਨਸਾਨ ਕਿਸੇ ਰਸਤੇ 'ਤੇ ਤੁਰਦਾ ਹੋਏ ਤੇ ਇੱਕ ਦੂਸਰੇ ਦਾ ਸਾਥ ਦੇਣਾ ਚਾਹੀਦਾ ਆ। ਜੇ ਕੋਈ ਡਿੱਗ ਵੀ ਜਾਏ ਤੇ ਉਸ ਨੂੰ ਉਠਾਉਣਾ ਚਾਹੀਦਾ, ਨਾ ਕਿ ਲੱਤਾਂ ਮਾਰ ਕੇ ਲਤਾੜਨਾ ਚਾਹੀਦਾ ਆ। ਇਹ ਸਾਨੂੰ ਚੀਜ਼ਾਂ ਵਿਚਾਰਨ ਦੀ ਲੋੜ ਆ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨ ਤੋਂ ਬਾਅਦ ਫਿਰ ਅੱਗੇ ਜਿਹੜੀ ਜਾਚਨਾ ਕੀਤੀ ਜਾਂਦੀ ਆ ਜੀ, ਸਰਬੱਤ ਕੇ ਕਾਰਜ ਰਾਸ ਕਰਨੇ। ਕਿ ਜਿੰਨੇ ਵੀ ਅਰਦਾਸ ਦੇ ਵਿੱਚ ਹਾਜ਼ਰ ਨੇ ਜਾਂ ਨਹੀਂ ਹੈਗੇ, ਸਰਬੱਤ ਦਾ ਮਤਲਬ ਸਾਰੇ, ਭਾਵੇਂ ਉਹ ਸਾਡੇ ਧਰਮ ਦਾ ਹੈ ਜਾਂ ਨਹੀਂ ਹੈ। ਸਰਬੱਤ ਦਾ ਭਾਵ ਹੁੰਦਾ ਕਿ ਸਮੁੱਚੀ ਲੋਕਾਈ, ਸਮੁੱਚੀ ਕਾਇਨਾਤ, ਉਸ ਦੇ ਵਿੱਚ ਵਿਚਰਨ ਵਾਲੇ ਜਿੰਨੇ ਵੀ ਜੀਵ ਨੇ ਇਹ ਵਾਹਿਗੁਰੂ ਜੋ ਵੀ ਉਹ ਕਾਰਜ ਚਾਹੁੰਦੇ ਨੇ, ਪਰ ਉਹ ਕਾਰਜ ਗੁਰਮਤਿ ਦੇ ਅਨੁਸਾਰ ਹੋਣੇ ਚਾਹੀਦੇ ਨੇ। ਉਹ ਗੁਰੂ ਦੀ ਮੱਤ ਦੇ ਅਨੁਸਾਰ ਜਿਹੜੇ ਕਾਰਜ ਨੇ ਉਹ ਹੋਣੇ ਚਾਹੀਦੇ ਤੇ ਉਹਨਾਂ ਦੇ ਉਹ ਕਾਰਜ ਪੂਰੇ ਕਰਨੇ। ਜਦੋਂ ਇਸ ਅਰਦਾਸ ਦੀ ਪੰਕਤੀ ਨੂੰ, ਜਾਚਨਾ ਨੂੰ ਅਸੀਂ ਗੁਰੂ ਸਾਹਿਬ ਦੇ ਸਨਮੁਖ ਹੋ ਕੇ ਪੜ੍ਹਦੇ ਹਾਂ, ਜਾਚਨਾ ਕਰਦੇ ਹਾਂ
ਤੇ ਸਾਨੂੰ ਧਿਆਨ ਦੇਣ ਦੀ ਲੋੜ ਆ ਕਿ ਜੀਵਨ ਦੇ ਵਿੱਚ ਵਿਚਰਦਿਆਂ ਵੀ ਅਸੀਂ ਇਸ ਦੇ ਉੱਤੇ ਕੇਂਦਰਿਤ ਹੁੰਦੇ ਆ ਕਿ ਨਹੀਂ ਹੁੰਦੇ। ਕਿ ਜਿੱਥੇ ਗੁਰੂ ਪਾਤਸ਼ਾਹ ਨੇ ਸਰਬੱਤ ਦੇ ਕਾਰਜ ਰਾਸ ਕਰਨੇ ਆ ਕਿ ਮੇਰੇ ਅੰਦਰ ਵੀ ਉਹ ਭਾਵਨਾ ਹੈਗੀ ਆ ਕਿ ਨਹੀਂ ਹੈਗੀ, ਕਿ ਜਾਂ ਮੈਂ ਇਸ ਦੇ ਵਿਪਰੀਤ ਚੱਲਦਾ, ਜਿਨ੍ਹਾਂ ਨਾਲ ਤੇ ਮੈਂ ਜੁੜਿਆ ਹੋਇਆ ਤੇ ਮੈਨੂੰ ਲੱਗਦਾ ਕਿ ਇਹਨਾਂ ਦੇ ਕਾਰਜ ਸਾਰੇ ਜਿਹੜੇ ਸਫਲੇ ਹੋਣੇ ਚਾਹੀਦੇ ਆ, ਤੇ ਜਿਨ੍ਹਾਂ ਨਾਲ ਮੈਂ ਕੋਈ ਆਪਣਾ ਤਾਲਮੇਲ ਨਹੀਂ ਰੱਖਦਾ ਨਾ ਤੇ ਮੈਂ ਉਹਨਾਂ ਦਾ ਕਾਰਜ ਸਫਲਾ ਕਰਨ ਦੀ ਕੋਸ਼ਿਸ਼ ਕਰਦਾ। ਕਈ ਵਾਰੀ ਕੀ ਇਨਸਾਨ ਹੁੰਦਾ ਕਿ ਆਪਣੇ ਮਨ ਦੇ, ਆਪਣੀ ਹਉਮੈ ਦੇ ਕਾਰਨ ਦੁਵਿਧਾਵਾਂ ਜਿਹੜੀਆਂ ਨੇ ਦੂਜਿਆਂ ਦੇ ਲਈ ਉਹ ਵੀ ਖੜੀਆਂ ਕਰਨੀਆਂ ਸ਼ੁਰੂ ਕਰ ਦਿੰਦਾ ਹੈ। ਪਰ ਗੁਰੂ ਪਾਤਸ਼ਾਹ ਦੇ ਸਾਹਮਣੇ ਜਦੋਂ ਅਸੀਂ ਅਰਦਾਸ ਕਰਦੇ ਹਾਂ, ਜੇ ਇਹ ਸਾਡੇ ਸੁਭਾਅ 'ਚ ਨਹੀਂ ਗੁਣ ਆਉਂਦਾ, ਫਿਰ ਇਹਦਾ ਮਤਲਬ ਇਹ ਕਿ ਅਸੀਂ ਸਿੰਸੀਅਰ ਨਹੀਂ ਹੈਗੇ। ਅਸੀਂ ਸਿਰਫ ਇੱਕ ਇਸ ਨੂੰ ਪੰਕਤੀ ਤੱਕ ਮਹਿਦੂਦ ਕੀਤਾ ਹੋਇਆ ਕਿ ਸਿਰਫ ਇੱਕ ਅਰਦਾਸ ਦੀ ਪੰਕਤੀ ਆ, ਜਿਹਨੂੰ ਪੜ੍ਹਨਾ ਆ, ਪੜ੍ਹਨ ਤੋਂ ਬਾਅਦ ਇਹਨੂੰ ਜਿਉਣਾ ਨਹੀਂ ਹੈਗਾ। ਤੇ ਜਦੋਂ ਸਿੱਖ ਇਤਿਹਾਸ ਪੜ੍ਹਦੇ ਆ, ਸਾਡੇ ਕੋਲ ਬਹੁਤ ਸਾਰੀਆਂ ਉਦਾਹਰਨਾਂ ਇਸ ਤਰ੍ਹਾਂ ਦੀਆਂ ਹੈਗੀਆਂ ਨੇ, ਉਹਨਾਂ ਸਿੱਖਾਂ ਦੀਆਂ ਜਿਨ੍ਹਾਂ ਨੇ ਇੱਕ ਵਾਰ ਗੁਰੂ ਦੇ ਸਨਮੁਖ ਹੋ ਕੇ ਅਰਦਾਸ ਕਰ ਲਈ। ਅਰਦਾਸ ਕਰਨ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਾ ਕਿ ਜਿਹੜੀ ਅਰਦਾਸ ਜਿਸ ਕਾਰਜ ਲਈ ਕੀਤੀ ਗਈ ਆ ਉਹ ਪਰਿਸਥਿਤੀ ਸਾਡੇ ਅਨੁਕੂਲ ਨਹੀਂ ਹੈਗੀ। ਉਦਾਹਰਨ ਦੇ ਤੌਰ ਤੇ ਜਦੋਂ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਦਾ ਸਮਾਂ ਸੀ ਤੇ ਅਟਕ ਦਰਿਆ ਹੁੰਦਾ ਜੀ, ਇਹਨੂੰ ਪਾਰ ਕਰਨਾ ਸੀ ਅਕਾਲੀ ਫੌਜਾਂ ਨੇ, ਤੇ ਉਹਦੇ ਵਿੱਚ ਹੜ੍ਹ ਆਇਆ ਹੋਇਆ ਸੀ। ਪਰ ਉਸ ਤੋਂ ਪਹਿਲਾਂ ਜਿਹੜੇ ਸੀ ਸਿੱਖ, ਉਹਨਾਂ ਨੇ ਅਰਦਾਸ ਸੋਧ ਲਈ ਸੀ ਗੁਰੂ ਪਾਤਸ਼ਾਹ ਅੱਗੇ ਕਿ ਸਾਨੂੰ ਹੁਣ ਜਿਹੜੀ ਇਸ ਨੂੰ ਪਾਰ ਕਰਨ ਦੀ ਆਗਿਆ ਬਖਸ਼ੀ ਜਾਏ। ਹੁਣ ਹੜ੍ਹ ਆਇਆ ਹੋਇਆ, ਪਰ ਉਹਨਾਂ ਦੇ ਮਨ ਦੇ ਵਿੱਚ ਇਹ ਆ ਕਿ ਅਰਦਾਸ ਹੋ ਚੁੱਕੀ ਆ, ਹੁਣ ਜਿਹੜੀ ਅਰਦਾਸ ਕਰ ਲਈ ਇਹ ਤੋਂ ਪਿੱਛੇ ਨਹੀਂ ਹਟਣਾ। ਅਸੀਂ ਜਾਨਾਂ ਚਲੀਆਂ ਜਾਣਗੀਆਂ ਤੇ ਕੋਈ ਗੱਲ ਨਹੀਂ, ਅਰਦਾਸ ਦੇ ਬਚਨ ਨਹੀਂ ਝੂਠੇ ਪੈਣੇ ਚਾਹੀਦੇ। ਜੋ ਗੁਰੂ ਦੇ ਸਾਹਮਣੇ ਹੋ ਕੇ ਕੀਤਾ ਬਚਨ ਆ ਉਹਦੇ ਤੋਂ ਭੱਜਣਾ ਨਹੀਂ ਹੈਗਾ। ਤੇ ਗੁਰਬਾਣੀ ਦਾ ਵੀ ਫਰਮਾਨ ਆ, ਸੂਰਬੀਰ ਬਚਨ ਕੇ ਬਲੀ। ਜਿਹੜੇ ਸੂਰਮੇ ਹੁੰਦੇ ਨੇ ਅੰਦਰੂਨੀ ਤੌਰ ਦੇ ਉੱਤੇ, ਜਿਹੜੇ ਆਤਮਿਕ ਤੌਰ 'ਤੇ ਸੂਰਮੇ ਨੇ, ਉਹ ਆਪਣੇ ਬਚਨਾਂ ਦੇ ਪੂਰੇ ਹੁੰਦੇ ਨੇ। ਉਹ ਜਿਹੜਾ ਬਚਨ ਗੁਰੂ ਦੇ ਸਨਮੁਖ ਹੋ ਕੇ ਕਰ ਲੈਣ ਉਸ ਤੋਂ ਕਦੀ ਭੱਜਦੇ ਨਹੀਂ ਹੈਗੇ। ਫਿਰ ਅਸੀਂ ਜਦੋਂ ਇਹ ਗੱਲ ਕਰਦੇ ਹਾਂ ਕਿ ਸਰਬੱਤ ਕੇ ਕਾਰਜ ਰਾਸ ਕਰਨੇ ਵਾਹਿਗੁਰੂ ਨੇ ਆ, ਪਰ ਅਸੀਂ ਵੀ ਸਮਾਜ ਦੇ ਵਿੱਚ ਵਿਚਰਦਿਆਂ ਹੋਇਆਂ ਜਿੰਨਾ ਕਿ ਸਾਡੇ ਕੋਲ ਹੋ ਸਕਦਾ ਆ, ਇੱਕ ਦੂਜੇ ਦੀ ਅਸੀਂ ਮਦਦ ਕਰਨੀ ਹੈ, ਇੱਕ ਦੂਸਰੇ ਦਾ ਸਾਥ ਦੇਣਾ, ਕਿਉਂਕਿ ਅਸੀਂ ਸਾਰੇ ਜਿਹੜੇ ਸਾਧਕ ਆ ਇੱਕ ਰਸਤੇ 'ਤੇ ਚੱਲ ਰਹੇ ਹਾਂ। ਇਸ ਤੋਂ ਬਾਅਦ ਤਾਕੀਦ ਕੀਤੀ ਜਾਂਦੀ ਆ ਜੀ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ। ਇਹ ਬਹੁਤ ਵੱਡੀ ਗੱਲ ਆ ਕਿ ਜੀਵਨ ਦੇ ਵਿੱਚ ਵਿਚਰਦਿਆਂ ਹੋਇਆ ਇਨਸਾਨ ਬੜੇ ਦੋਸਤ ਮਿੱਤਰ ਬਣਾਉਂਦਾ ਆ, ਸਾਡੇ ਸਾਕ ਸੰਬੰਧ ਹੁੰਦੇ ਨੇ, ਪਰ ਸਾਡਾ ਜਿਹੜਾ ਰਿਸ਼ਤਾ ਹੁੰਦਾ ਆ ਉਹਨਾਂ ਇਨਸਾਨਾਂ ਨਾਲ ਜ਼ਿਆਦਾ ਗੂੜਾ ਹੋ ਜਾਂਦਾ ਜਿਨ੍ਹਾਂ ਦੇ ਨਾਲ ਸਾਡੇ ਵਿਚਾਰਾਂ ਦੀ ਸਾਂਝ ਹੋਏ। ਉਹ ਭਾਵੇਂ ਭੈਣ ਭਰਾ ਹੋਣ, ਭਾਵੇਂ ਯਾਰ ਦੋਸਤ ਹੋਣ, ਭਾਵੇਂ ਰਿਸ਼ਤੇਦਾਰ ਹੋਣ। ਤੇ ਜਿੱਦਾਂ ਦੇ ਵਿਚਾਰ ਹੋਣਗੇ ਫਿਰ ਕਿ ਅਸੀਂ ਕਹਿ ਲੈਂਦੇ ਹਾਂ ਕਿ ਉਹਨਾਂ ਦੀ ਸੰਗਤ ਵੀ ਉਸ ਤਰ੍ਹਾਂ ਦੀ ਹੁੰਦੀ ਹੈ। ਤੇ ਗੁਰਬਾਣੀ 'ਚ ਗੁਰੂ ਪਾਤਸ਼ਾਹ ਨੇ ਇਹ ਵੀ ਫਰਮਾਨ ਕੀਤਾ, ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਵੇ। ਕਿ ਜਿਹੜੇ ਭਗਤ ਹੁੰਦੇ ਨੇ ਤੇ ਸੰਸਾਰੀ ਹੁੰਦੇ ਨੇ, ਕਿਉਂਕਿ ਉਹਨਾਂ ਦੀ ਜੀਵਨ ਜਿਉਣ ਦੀ ਜਿਹੜੀ ਵਿਚਾਰਧਾਰਾ ਆ ਉਹ ਬਿਲਕੁਲ ਵੱਖਰੀ ਵੱਖਰੀ ਹੁੰਦੀ ਹੈ। ਤੇ ਅਰਦਾਸ ਦੇ ਵਿੱਚ ਜਦੋਂ ਇਹ ਜਾਚਨਾ ਕੀਤੀ ਜਾਂਦੀ ਹੈ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ, ਬਹੁਤ ਵੱਡੀ ਗੱਲ ਆ ਕਿ ਸਾਡੀ ਜਿਹੜੀ ਸੰਗਤ ਆ ਉਹਨਾਂ ਦੇ ਨਾਲ ਹੋਣੀ ਚਾਹੀਦੀ ਆ ਜਿਹੜੇ ਗੁਰੂ ਦੇ ਪਿਆਰ ਵਿੱਚ ਭਿੱਜੇ ਹੋਏ ਨੇ, ਜਿਨ੍ਹਾਂ ਦੇ ਦਰਸ਼ਨ ਕੀਤੇ ਆ, ਜਿਨ੍ਹਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਇਆ। ਵਾਹਿਗੁਰੂ ਦਾ ਨਾਮ ਜਿਹੜਾ ਆ ਉਹ ਹਿਰਦੇ ਵਿੱਚ ਵਸ ਜਾਵੇ, ਸਾਡੇ ਚਿੱਤ ਵਿੱਚ ਆ ਜਾਵੇ। ਗੁਰਬਾਣੀ ਦਾ ਫਰਮਾਨ ਵੀ ਆ ਜੀ, ਹਮ ਉੱਪਰ ਕਿਰਪਾ ਕਰ ਸੁਆਮੀ, ਰੱਖ ਸੰਗਤ ਤੁਮ ਜੋ ਪਿਆਰੀ। ਕਿ ਵਾਹਿਗੁਰੂ ਸਾਡੇ 'ਤੇ ਕਿਰਪਾ ਕਰ, ਤੂੰ ਉਹ ਸੰਗਤ ਦੇ ਵਿੱਚ ਰੱਖ ਸਾਨੂੰ ਜਿਹੜੀ ਤੈਨੂੰ ਪਿਆਰੀ ਲੱਗਦੀ ਆ। ਤੇ ਵਾਹਿਗੁਰੂ ਨੂੰ ਪਿਆਰਾ ਕੌਣ ਲੱਗਦਾ ਜੀ? ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ। ਜਿਹੜਾ ਵਾਹਿਗੁਰੂ ਦਾ ਪਿਆਰਾ ਆ ਫਿਰ ਉਹ ਸਭਨਾ ਦਾ ਪਿਆਰਾ ਆ। ਤੇ ਇਸ ਜਾਚਨਾ ਦੇ ਪਿੱਛੇ ਉਹ ਜਾਚਨਾ ਆ, ਉਹ ਬੇਨਤੀ ਆ ਕਿ ਜਿਨ੍ਹਾਂ ਦੇ ਦਰਸ਼ਨ ਕੀਤਿਆਂ ਇਸ ਤਰ੍ਹਾਂ ਦੀ ਸੰਗਤ ਹੋਏ, ਇਸ ਤਰ੍ਹਾਂ ਦਾ ਸਾਡਾ ਇੱਕ ਸਮੂਹ ਇਕੱਠ ਹੋਏ ਜਿਹੜੇ ਸਾਨੂੰ ਵਾਹਿਗੁਰੂ ਦੇ ਨਾਲ, ਬਾਣੀ ਦੇ ਨਾਲ ਜੋੜਨ ਵਾਲੇ ਹੋਣ, ਤੋੜਨ ਵਾਲੇ ਨਾ ਹੋਣ। ਕਿਉਂਕਿ ਅੱਜ ਜਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਆ, ਜੋੜਨ ਵਾਲੀ ਵਿਚਾਰਧਾਰਾ ਦੀ ਵੀ ਸਾਂਝ ਪਾਈ ਜਾਂਦੀ ਹੈ ਤੇ ਤੋੜਨ ਵਾਲੀ ਦੀ ਵੀ ਪਾਈ ਜਾਂਦੀ, ਪਰ ਜਿਹੜਾ ਜ਼ਿਆਦਾ ਤੌਰ ਦੇ ਉੱਤੇ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਜਾਂਦਾ ਆ ਉਹ ਤੋੜਨ ਵਾਲਾ ਜ਼ਿਆਦਾ ਆ, ਜੋੜਨ ਵਾਲਾ ਬਹੁਤ ਘੱਟ ਹੈ। ਤੇ ਇਹ ਗੱਲਾਂ ਦਾ ਹਮੇਸ਼ਾ ਅਹਿਸਾਸ ਰੱਖਣਾ
कि ਜਿਹੜੀ ਚੀਜ਼ ਸਾਨੂੰ ਗੁਰੂ ਦੇ ਨਾਲ ਨਾਮ ਦੇ ਨਾਲ ਜੋੜ ਰਹੀ ਆ ਸਾਡੇ ਲਈ ਉਹੀ ਪ੍ਰਵਾਨ ਆ। ਜਿਹਦੀ ਤੋੜ ਰਹੀ ਆ ਜਾਂ ਜਿਹੜੀ ਮਨ ਦੇ ਵਿੱਚ ਦੁਬਿਧਾ ਪੈਦਾ ਕਰ ਰਹੀ, ਗੁਰੂ ਤੋਂ ਦੂਰ ਖੜ ਰਹੀ ਆ, ਉਸ ਤੋਂ ਅਸੀਂ ਆਪਣੇ ਆਪ ਦੂਰ ਹੋ ਜਾਣਾ। ਤੇ ਇਸ ਤੋਂ ਅੱਗੇ ਜਾਚਨਾ ਕੀਤੀ ਜਾਂਦੀ ਆ ਜੀ ਚੜ੍ਹਦੀ ਕਲਾ ਦੀ। ਚੜ੍ਹਦੀ ਕਲਾ ਸ਼ਬਦ ਅਸੀਂ ਆਪਣੇ ਰੋਜ਼ਾਨਾ ਜੀਵਨ ਦੇ ਵਿੱਚ ਬਹੁਤ ਵਾਰ ਵਰਤਦੇ ਹਾਂ ਸਾਧ ਸੰਗਤ। ਜੇ ਕੋਈ ਸਾਨੂੰ ਸਾਡਾ ਹਾਲ ਚਾਲ ਵੀ ਪੁੱਛਦਾ ਆ, ਅਸੀਂ ਸਹਿਜ ਸੁਭਾਅ ਕਹਿ ਦਿੰਦੇ ਹਾਂ ਚੜ੍ਹਦੀ ਕਲਾ 'ਚ। ਪਰ ਅਸੀਂ ਅੰਦਰੋਂ ਦੁਖੀ ਹੋਈਏ, ਟੁੱਟੇ ਹੋਈਏ, ਇਹ ਸ਼ਬਦ ਦੀ ਸਾਨੂੰ ਭਾਵਨਾ ਦਾ, ਇਸ ਦੀ ਪਵਿੱਤਰਤਾ ਦਾ, ਇਸ ਦੇ ਵਿਚਲੇ ਛੁਪੇ ਅਰਥਾਂ ਦਾ ਅਹਿਸਾਸ ਆਗਾ ਤੇ ਇਹ ਸਿੱਖ ਦੇ ਅਚੇਤ ਮਨ ਦਾ ਹਿੱਸਾ ਬਣ ਚੁੱਕਾ ਆ। ਅਸੀਂ ਕਿਸੇ ਵੀ ਮੂਡ ਦੇ ਵਿੱਚ ਹੋਈਏ, ਅਸੀਂ ਚੜ੍ਹਦੀ ਕਲਾ ਸ਼ਬਦ ਜਿਹੜਾ ਹੈਗਾ ਆ ਉਹ ਆਮ ਵਰਤ ਲੈਂਦੇ ਹਾਂ, ਪਰ ਇਸ ਸ਼ਬਦ ਦੇ ਜਿਹੜੇ ਅਰਥ ਨੇ ਉਹ ਬੜੇ ਡੂੰਘੇ ਹੈਗੇ। ਇਹ ਉਹ ਸ਼ਬਦ ਆ ਜਿਹੜਾ ਸਾਨੂੰ ਕਿਸੇ ਵੀ ਸਥਿਤੀ ਵਿੱਚ ਹੋਈਏ ਸਾਨੂੰ ਟੁੱਟਣ ਨਹੀਂ ਦਿੰਦਾ, ਸਾਨੂੰ ਡੋਲਣ ਨਹੀਂ ਦਿੰਦਾ। ਉਹ ਭਾਵੇਂ ਦੁੱਖ ਦਾ ਸਮਾਂ ਹੋਏ, ਭਾਵੇਂ ਸੁੱਖ ਦਾ ਸਮਾਂ ਹੋਏ, ਭਾਵੇਂ ਸਾਡੇ ਉੱਤੇ ਕੋਈ ਬਹੁਤ ਵੱਡੀ ਜਿਹੜੀ ਵਿਪਤਾ ਆ ਉਹ ਪੈ ਗਈ ਹੋਏ। ਅਸੀਂ ਜਦੋਂ 18ਵੀਂ ਸਦੀ ਦਾ ਇਤਿਹਾਸ ਪੜ੍ਹਦੇ ਹਾਂ ਤਾਂ ਉਸ ਦੇ ਵਿੱਚ ਇੱਕ ਵਾਕਿਆ ਆਉਂਦਾ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਵੱਡੇ ਘੱਲੂਘਾਰੇ ਦੇ ਵਿੱਚ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਿਆ ਸੀ। ਹਜ਼ਾਰਾਂ ਸਿੱਖਾਂ ਨੇ ਸ਼ਹਾਦਤ ਦਾ ਜਾਮ ਪੀਤਾ ਸੀ 1-2 ਦਿਨਾਂ ਦੇ ਵਿੱਚ। ਵੱਡੇ ਘੱਲੂਘਾਰੇ ਦੇ ਨਾਮ ਦੇ ਨਾਲ ਇਸ ਘਟਨਾ ਨੂੰ ਜਾਣਦੇ ਹਾਂ। ਤੇ ਬਰਨਾਲਾ ਕੁੱਪਰ ਹੀੜਾ ਨਾਮ ਦੀ ਥਾਂ ਹੈਗੀ ਆ ਜੀ ਜਿੱਥੇ ਇਹ ਘਟਨਾ ਵਾਪਰਦੀ ਹੈਗੀ ਆ। 1762 ਦੇ ਲਾਗੇ ਦਾ ਇਹ ਸਮਾਂ ਹੈਗਾ ਆ। ਤੇ ਹਜ਼ਾਰਾਂ ਦੀ ਗਿਣਤੀ ਵਿੱਚ ਜਿਸ ਦੇ ਵਿੱਚ ਸਿੱਖ ਬੱਚੇ, ਬੀਬੀਆਂ, ਬਜ਼ੁਰਗ ਜਿਹੜੇ ਨੇ ਉਹ ਮਾਰੇ ਜਾਂਦੇ ਨੇ। ਤੇ ਉਸ ਤੋਂ ਬਾਅਦ ਇੱਕ ਨਿਹੰਗ ਸਿੰਘ ਨੇ ਕਹਿੰਦੇ ਜਦੋਂ ਸ਼ਾਮ ਦਾ ਵੇਲਾ ਹੁੰਦਾ ਆ ਤੇ ਬੜੀ ਉੱਚੀ ਆਵਾਜ਼ ਦੇ ਵਿੱਚ ਇੱਕ ਨਾਅਰਾ ਬੁਲੰਦ ਕੀਤਾ ਸੀ ਜਿਸ ਦੇ ਬੋਲ ਸਨ, ਜਿਸ ਨੂੰ ਰਤਨ ਸਿੰਘ ਭੰਗੂ ਨੇ, ਸਰਦਾਰ ਸਾਹਿਬ ਨੇ ਆਪਣੇ ਪੰਥ ਪ੍ਰਕਾਸ਼ ਦੇ ਵਿੱਚ ਦਰਜ ਕੀਤਾ ਹੈਗਾ। ਇੱਕ ਨਿਹੰਗ ਬੁੱਕ ਤਹਿ ਕਹਿਓ ਉੱਚੇ, ਉੱਚੋ ਬਚਨ ਸੁਣਾਏ, ਤਤ ਖਾਲਸਾ ਸੋ ਰਹਿਓ, ਗਇਓ ਸੋ ਖੋਟ ਗਵਾਏ। ਕਿ ਜਿਹੜੇ ਚਲੇ ਗਏ ਦੁੱਖ ਨਾ ਕਰੋ। ਹੁਣ ਜਿਹੜਾ ਖਾਲਸਾ ਬਾਕੀ ਬਚ ਗਿਆ ਆ ਉਹਨੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਆ ਉਹ ਸਰਵਾਈਵ ਕਰਨਾ ਆ। ਕਿ ਆਪਣੇ ਉਸ ਘਟਨਾਕ੍ਰਮ ਨੂੰ, ਆਪਣੇ ਇੰਨੇ ਵੱਡੇ ਦੁਖਾਂਤ ਨੂੰ ਜਿਸ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹਨਾਂ ਦੇ ਬੱਚੇ, ਧੀਆਂ, ਪੁੱਤਰ ਮਾਰੇ ਗਏ, ਤੇ ਉਸ ਨੂੰ ਉਹ ਸਮਝ ਕਿਸ ਤਰ੍ਹਾਂ ਰਿਹਾ ਆ। ਇਸ ਤੋਂ ਸਾਨੂੰ ਇਹ ਸਿੱਖਣ ਦੀ ਲੋੜ ਹੈ ਕਿ ਐਡਾ ਵੱਡਾ ਘਾਟਾ ਪੈਣ ਦੇ ਬਾਵਜੂਦ ਵੀ ਇੱਕ ਨਿਹੰਗ ਇਹ ਕਹਿ ਰਿਹਾ ਕਿ ਹੁਣ ਜਿਹੜੇ ਰਹਿ ਗਏ ਨੇ ਉਹ ਭਵਿੱਖ ਦੇ ਵਿੱਚ ਚਮਕਣਗੇ। ਇਹ ਚੜ੍ਹਦੀ ਕਲਾ ਦੀ ਭਾਵਨਾ ਹੈਗੀ ਕਿ ਜਿੰਨਾ ਵੱਡਾ ਘਾਟਾ ਸਾਡੀ ਜ਼ਿੰਦਗੀ ਦੇ ਵਿੱਚ ਪੈ ਜੇ ਪਰ ਸਿੱਖ ਡੋਲਦਾ ਹੈ ਨਹੀਂ ਕਦੇ। ਤੇ ਪਰ ਇਹ ਚੜ੍ਹਦੀ ਕਲਾ ਆਉਣੀ ਕਿਸ ਤਰ੍ਹਾਂ? ਇਸ ਤੋਂ ਪਹਿਲਾਂ ਜਿਹੜੀ ਲਾਈਨ ਆਉਂਦੀ ਹੈ ਜੀ, ਨਾਨਕ ਨਾਮ ਚੜ੍ਹਦੀ ਕਲਾ। ਇਹ ਨਾਮ ਕੇਂਦਰਿਤ ਚੜ੍ਹਦੀ ਕਲਾ ਹੈਗੀ ਆ ਜੀ। ਇਹ ਨਾਮ ਤੋਂ ਬਿਨਾਂ ਨਹੀਂ ਆ ਸਕਦੀ। ਜੇ ਸਿੱਖ ਇਕੱਲਾ ਇਹੋ ਕਹੀ ਜਾਏ ਕਿ ਮੈਂ ਚੜ੍ਹਦੀ ਕਲਾ 'ਚ, ਪਰ ਨਾਮ ਦੇ ਨਾਲ ਨਾ ਜੁੜੇ, ਫਿਰ ਗੁਰੂ ਪਾਤਸ਼ਾਹ ਦੇ ਅਨੁਸਾਰ, ਗੁਰਬਾਣੀ ਦੇ ਅਨੁਸਾਰ ਇਹ ਚੜ੍ਹਦੀ ਕਲਾ ਬਣ ਨਹੀਂ ਸਕਦੀ। ਸਿਰਫ ਅਸੀਂ ਸ਼ਬਦ ਦੀ ਵਰਤੋਂ ਕਰ ਰਹੇ ਹਾਂ, ਪਰ ਜਿੰਨਾ ਚਿਰ ਤੱਕ ਨਾਮ ਦੇ ਨਾਲ ਨਾ ਜੁੜਾਂਗੇ, ਵਾਹਿਗੁਰੂ ਦੇ ਮਾਰਗ 'ਤੇ ਨਾ ਚੱਲਾਂਗੇ, ਉਹਨਾਂ ਚਿਰ ਤੱਕ ਸਾਡੇ ਮਨ ਨੇ ਕਦੀ ਥਿਰ ਨਹੀਂ ਹੋਣਾ। ਤੇ ਇਸ ਲਈ ਸਾਧਕ ਜਦੋਂ ਅਰਦਾਸ ਕਰਦਾ, ਸਾਧ ਸੰਗਤ ਜੀ, ਸਾਡੇ ਜੀਵਨ ਦੇ ਵਿੱਚ ਅਸੀਂ ਬਹੁਤ ਸਾਰੀਆਂ ਮੰਗਾਂ ਵੀ ਜਿਹੜੀਆਂ ਹੈਗੀਆਂ ਨੇ ਉਹ ਵਾਹਿਗੁਰੂ ਤੋਂ ਮੰਗਦੇ ਹਾਂ। ਇੱਕ ਪਾਸੇ ਗੁਰੂ ਪਾਤਸ਼ਾਹ ਬਾਣੀ 'ਚ ਇਹ ਵੀ ਗੱਲ ਕਰਦੇ ਨੇ, ਜੋ ਮੰਗੂ ਸੋਈ ਸੋਈ ਪਾਵੂੰ, ਆਪਣੇ ਖਸਮ ਭਰੋਸਾ। ਕਿ ਮੈਂ ਜੋ ਕੁਝ ਵੀ ਮੰਗਾਂਗਾ ਮੈਨੂੰ ਮਿਲ ਜਾਏਗਾ। ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਕਿ ਵਾਹਿਗੁਰੂ ਉਹ ਜੋ ਅਸੀਂ ਮੰਗੀਏ ਉਹ ਸਾਨੂੰ ਮਿਲਦਾ ਹੈ। ਸਾਡੀ ਆਸਥਾ ਆ ਗੁਰੂ ਦੇ ਉੱਤੇ, ਇੰਨਾ ਭਰੋਸਾ ਹੈਗਾ ਆ। ਪਰ ਜਦੋਂ ਸਾਧਕ ਇਸ ਯਾਤਰਾ 'ਤੇ ਚੱਲਦਾ, ਧਰਮ ਦੀ ਕਮਾਈ ਕਰਦਾ, ਫਿਰ ਇੱਕ ਸਮਾਂ ਇਹ ਵੀ ਆ ਜਾਂਦਾ, ਉਹਨੂੰ ਅਹਿਸਾਸ ਹੋ ਜਾਂਦਾ, ਮੈਂ ਕਿਆ ਮੰਗੂ ਕਿਛ ਥਿਰ ਨਾ ਰਹਾਈ। ਕਿ ਜਿੰਨੀਆਂ ਵੀ ਸੰਸਾਰੀ ਵਸਤਾਂ ਹੈਗੀਆਂ ਨੇ, ਮੈਂ ਇਹਨਾਂ ਵਿੱਚੋਂ ਕਿਹੜੀ ਮੰਗਾਂ, ਇਹਦੇ ਵਿੱਚੋਂ ਕੋਈ ਵੀ ਸਥਿਰ ਨਹੀਂ ਹੈਗੀ। ਸਾਰਿਆਂ ਨੇ ਮੈਨੂੰ ਛੱਡ ਕੇ ਜਾਣਾ ਹੈ। ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ, ਦੇਹ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ। ਕਿ ਤੇਰੇ ਤੋਂ ਬਿਨਾਂ, ਇਹ ਅਰਦਾਸ ਦੀਆਂ ਅਵਸਥਾ ਦੀ ਗੱਲ ਹੈਗੀ ਆ। ਜੇ ਅਸੀਂ ਕੋਈ ਦੁਨਿਆਵੀ ਚੀਜ਼ ਵੀ ਗੁਰੂ ਕੋ ਮੰਗ ਰਹੇ ਹਾਂ ਤੇ ਕੋਈ ਗਲਤ ਗੱਲ ਨਹੀਂ ਹੈਗੀ। ਇੱਥੇ ਇਹ ਵੀ ਜਾਚਨਾ ਕੀਤੀ ਜਾਂਦੀ ਆ, ਦਾਲ ਸੀਧਾ ਮੰਗੂ ਘੀਓ ਹਮਰਾ ਖੁਸ਼ੀ ਕਰੇ ਨਿਤ ਜੀਓ। ਭਗਤ ਧੰਨਾ ਜੀ ਦਾ ਇਹ ਸ਼ਬਦ ਜਿਹੜਾ ਹੈਗਾ, ਜਿਹਦੇ ਵਿੱਚ ਉਹ ਜ਼ਿੰਦਗੀ ਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਦੀ ਵੀ ਜਿਹੜੀ ਮੰਗ ਆ ਉਹ ਵਾਹਿਗੁਰੂ ਤੋਂ ਕਰਦੇ ਆ। ਪਰ ਇਹਦੇ ਵਿੱਚ ਜਿਹੜੀ ਸਾਂਝੀ ਗੱਲ ਕੀ ਆ ਕਿ ਜਿਹੜੀ ਵੀ ਮੰਗ ਆ ਅਸੀਂ ਗੁਰੂ ਤੋਂ ਕਰਨੀ ਆ, ਅਕਾਲ ਪੁਰਖ ਤੋਂ ਕਰਨੀ ਹੈਗੀ ਆ।
ਦੁਨਿਆਵੀ ਆਸਾਂ ਜਿਹੜੀਆਂ ਹੁੰਦੀਆਂ ਨੇ ਜਦੋਂ ਅਸੀਂ ਰੱਖਦੇ ਹਾਂ, ਮਨੁੱਖ ਤੇ ਆਸ ਰੱਖਦੇ ਹਾਂ, ਫਿਰ ਇਹ ਆਸਾਂ ਜਦੋਂ ਟੁੱਟਦੀਆਂ ਨੇ ਅਸੀਂ ਪਰੇਸ਼ਾਨ ਵੀ ਹੁੰਨੇ ਆ। ਜਿਹੜਾ ਦੇਸੀ ਮਹੀਨਾ ਸਾਧ ਸੰਗਤ ਦੀ ਚੱਲ ਰਿਹਾ ਹਾੜ ਦਾ, ਤੇ ਇਹਦੇ ਵਿੱਚ ਗੁਰੂ ਪਾਤਸ਼ਾਹ ਇਹ ਵੀ ਤਾਕੀਦ ਕਰਦੇ ਨੇ, ਆਸਾੜ ਤਪੰਦਾ ਤਿਸ ਲਗੇ ਹਰ ਨਾਹ ਨਾ ਜਿੰਨਾ, ਪਾਸ ਜਗ ਜੀਵਨ ਪੁਰਖ ਤਿਆਗ ਕੇ ਮਾਨਸ ਸੰਧੀ ਆਸ। ਕਿ ਜਦੋਂ ਜਗ ਜੀਵਨ ਵਾਹਿਗੁਰੂ ਨੂੰ, ਸਤਿਗੁਰੂ ਨੂੰ ਤਿਆਗ ਦਿੰਦਾ ਤੇ ਮਨੁੱਖਾਂ ਤੇ ਫਿਰ ਆਸ ਰੱਖਦਾ, ਫਿਰ ਜਦੋਂ ਆਸਾਂ ਟੁੱਟਦੀਆਂ ਤੇ ਫਿਰ ਅਸੀਂ ਕਦੀ ਪਰੇਸ਼ਾਨ ਹੁੰਦੇ ਤੇ ਕਦੋਂ ਜਦੋਂ ਆਸਾਂ ਪੂਰੀਆਂ ਹੁੰਦੀਆਂ ਕਦੀ ਖੁਸ਼ ਹੋ ਜਾਂਦੇ ਆ। ਤੇ ਨਾਮ ਦੇ ਉੱਪਰ ਸਾਡੀ ਜਿਹੜੀ ਆ ਬਿਰਤੀ ਉਹ ਕੇਂਦਰਿਤ ਹੋਣੀ ਚਾਹੀਦੀ। ਜਿੰਨਾ ਚਿਰ ਤੱਕ ਅਸੀਂ ਨਾਮ ਦੇ ਨਾਲ ਨਾ ਜੁੜਾਂਗੇ ਉਨਾ ਚਿਰ ਤੱਕ ਸਾਡੇ ਅੰਦਰ ਜਿਹੜੀ ਅਸਲ ਚੜ੍ਹਦੀ ਕਲਾ ਹੈਗੀ ਆ ਉਹ ਨਹੀਂ ਬਣ ਸਕਦੀ, ਕਿਉਂਕਿ ਨਾਮ ਨੇ ਸਾਡੇ ਅੰਦਰ ਇੱਕ ਬੈਲੈਂਸ, ਇੱਕ ਸਥਿਰਤਾ ਨੂੰ ਬਣਾ ਕੇ ਰੱਖਣਾ ਆ। ਇਸ ਤੋਂ ਬਿਨਾਂ ਅਸੀਂ ਡੋਲਦੇ ਰਵਾਂਗੇ ਜ਼ਿੰਦਗੀ ਦੇ ਵਿੱਚ, ਇੱਕ ਪਲ ਦੇ ਵਿੱਚ ਖੁਸ਼ ਹੋ ਜਾਵਾਂਗੇ ਤੇ ਇੱਕ ਪਲ ਦੇ ਵਿੱਚ ਦੁਖੀ ਹੋ ਜਾਵਾਂਗੇ। ਇਹ ਸਾਡੇ ਸੁਭਾਅ, ਮਨ ਦਾ ਇੱਕ ਸੁਭਾਅ ਹੈਗਾ ਆ। ਇਸ ਲਈ ਗੁਰਬਾਣੀ ਦੇ ਵਿੱਚ ਗੁਰੂ ਪਾਤਸ਼ਾਹ ਇਹ ਵੀ ਫਰਮਾਨ ਕਰਦੇ ਨੇ, ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ। ਕਿ ਜਿੱਥੇ ਦੁਨਿਆਵੀ ਚੀਜ਼ਾਂ ਦੀ ਗੁਰੂ ਕੋ ਪ੍ਰਾਪਤੀ ਹੁੰਦੀ ਆ, ਉਸ ਦੇ ਨਾਲ ਹੀ ਗੁਰੂ ਪਾਤਸ਼ਾਹ ਆਪਣੇ ਸਿੱਖ ਨੂੰ ਨਾਮ ਰੂਪੀ ਧਨ ਵੀ ਦਿੰਦੇ ਨੇ। ਤੇ ਹੁਣ ਜਿਸਨੇ ਇਹ ਨਾਮ ਦੀ ਕਮਾਈ ਕਰ ਲਈ ਉਸ ਦੇ ਵਿੱਚ ਸਥਿਰਤਾ ਆ ਜਾਏਗੀ, ਉਸ ਦੇ ਵਿੱਚ ਚੜ੍ਹਦੀ ਕਲਾ ਜਿਹੜੀ ਆ ਹਮੇਸ਼ਾ ਬਣੀ ਰਹੇਗੀ। ਨਹੀਂ ਤੇ ਇਹ ਸਿਰਫ ਇੱਕ ਸ਼ਬਦ ਤੱਕ ਹੀ ਮਹਦੂਦ ਰਹਿ ਜਾਏਗੀ। ਸਾਧ ਸੰਗਤ ਜੀ, ਨਾਮ ਦੇ ਨਾਲ ਜੁੜਨਾ, ਬਾਣੀ ਦੇ ਨਾਲ ਜੁੜਨਾ ਹੈਗਾ। ਫਿਰ ਇਸ ਤੋਂ ਅੱਗੇ ਤੇਰੇ ਭਾਣੇ ਸਰਬੱਤ ਦਾ ਭਲਾ, ਇਸ ਦੀ ਜਾਚਨਾ ਕੀਤੀ ਜਾਂਦੀ ਆ। ਤੇ ਅੱਜ ਸਿੱਖਾਂ ਦੀ ਪੂਰੇ ਸੰਸਾਰ ਦੇ ਵਿੱਚ ਜਿਹੜੇ ਉਹ ਚੰਗੇ ਨੇਕ ਕਰਮ ਕਰਦੇ ਨੇ, ਉਹਨਾਂ ਕਰਕੇ ਇੱਕ ਬੜੀ ਉੱਚੀ ਅਵਸਥਾ ਬਣੀ ਹੋਈ ਸਾਡੀ ਕੌਮ ਦੀ, ਕਿ ਇਹ ਕੌਮ ਜਿਹੜੀ ਆ ਮਾਨਵਤਾ ਦੇ ਭਲੇ ਲਈ ਖੜਨ ਵਾਲੀ ਕੌਮ ਹੈਗੀ ਆ। ਜਿੱਥੇ ਕਿਤੇ ਵੀ ਸੰਸਾਰ ਦੇ ਵਿੱਚ ਕੋਈ ਵਿਪਤਾ ਆਉਂਦੀ ਆ, ਸਾਡੀਆਂ ਕੁਝ ਸੰਸਥਾਵਾਂ ਨੇ ਜਿਹੜੀਆਂ ਵਿਚਰ ਰਹੀਆਂ ਨੇ ਪੂਰੇ ਸੰਸਾਰ ਦੇ ਵਿੱਚ, ਤੇ ਉੱਥੇ ਸਰਬੱਤ ਦੇ ਭਲੇ ਦੀ ਜਿਹੜੀ ਜਾਚਨਾ ਦੀ ਮੰਗ ਆ ਉਸ ਨੂੰ ਪੂਰਾ ਕਰਨ ਲਈ ਉਹ ਪਹੁੰਚ ਜਾਂਦੇ ਨੇ। ਭਾਈ ਕਨ੍ਹਈਆ ਜੀ ਵਾਲੀ ਸਾਖੀ ਆਉਂਦੀ ਆ ਜੀ, ਉਸ ਸਾਖੀ ਦੇ ਪਿੱਛੇ ਜਿਹੜਾ ਭਾਵ ਆ ਕਿ ਜਦੋਂ ਭਲਾ ਕਰਨਾ ਆ ਉਦੋਂ ਇਹ ਨਹੀਂ ਦੇਖਣਾ ਆਪਣਾ ਕੌਣ ਆ ਤੇ ਪਰਾਇਆ ਕੌਣ। ਇਸ ਭਾਵਨਾ ਨੂੰ ਅਸੀਂ ਕਮਾਉਣਾ ਤੇਰੇ ਭਾਣੇ ਦੇ ਵਿੱਚ ਸਰਬੱਤ ਦਾ ਭਲਾ, ਪਰ ਇਸ ਦੇ ਨਾਲ ਹੀ ਸਾਨੂੰ ਇਹ ਵੀ ਅਹਿਸਾਸ ਹੋਣਾ ਚਾਹੀਦਾ ਹੈ ਸਰਬੱਤ ਦੇ ਭਲੇ ਦੇ ਵਿੱਚ ਮੇਰੇ ਭੈਣ ਭਰਾ ਵੀ ਆਉਂਦੇ ਨੇ, ਮੇਰੇ ਪਰਿਵਾਰ ਦੇ ਮੈਂਬਰ ਵੀ ਆਉਂਦੇ ਨੇ, ਮੇਰੇ ਰਿਸ਼ਤੇਦਾਰ ਵੀ ਆਉਂਦੇ ਨੇ, ਤੇ ਮੇਰੀ ਕੌਮ ਵੀ ਆਉਂਦੀ ਹੈਗੀ। ਕਿ ਅਸੀਂ ਸਾਰਿਆਂ ਦਾ ਭਲਾ ਮੰਗਦੇ ਹਾਂ ਕਿ ਨਹੀਂ ਮੰਗਦੇ, ਕਿਉਂਕਿ ਗੁਰਬਾਣੀ ਦੇ ਅਨੁਸਾਰ ਸਭੇ ਜੀ ਸਮਾਲ ਆਪਣੀ ਮਿਹਰ ਕਰ। ਕਿ ਵਾਹਿਗੁਰੂ ਇਹ ਜਾਚਨਾ ਕੀਤੀ ਜਾਂਦੀ ਆ ਅਕਾਲ ਪੁਰਖ ਦੇ ਕੋਲੋਂ ਕਿ ਤੁਸੀਂ ਸਾਰੇ ਜੀਆਂ ਨੂੰ ਸੰਭਾਲ ਕੇ ਰੱਖੋ, ਉਹਨਾਂ ਦੀ ਰੱਖਿਆ ਕਰੋ, ਜੋ ਵੀ ਉਹਨਾਂ ਦੀਆਂ ਲੋੜਾਂ ਹੈਗੀਆਂ ਨੇ ਉਹਨਾਂ ਨੂੰ ਪੂਰਾ ਕਰੋ। ਪਰ ਜਦੋਂ ਇਸ ਦੇ ਨਾਲ ਇਨਸਾਨ ਇਹ ਚੀਜ਼ ਨੂੰ ਆਪਣੇ ਅੰਦਰ ਨਹੀਂ ਵਸਾਉਂਦਾ ਤੇ ਗੁਰੂ ਪਾਤਸ਼ਾਹ ਫਿਰ ਇਹ ਵੀ ਤਾਕੀਦ ਕਰ ਦਿੰਦੇ ਨੇ, ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ। ਜਿਸ ਦੇ ਅੰਦਰ ਈਰਖਾ, ਦਵੈਸ਼, ਅਗਨੀ ਹੁੰਦੀ ਆ ਉਸ ਦਾ ਫਿਰ ਕਦੇ ਵੀ ਭਲਾ ਨਹੀਂ ਹੁੰਦਾ। ਦੋਵੇਂ ਚੀਜ਼ਾਂ ਨੇ, ਇੱਕ ਪਾਸੇ ਭਲੇ ਦੀ ਜੇ ਭਾਵਨਾ ਸਾਡੇ ਅੰਦਰ ਹੈਗੀ ਆ ਤੇ ਫਿਰ ਕੀ ਹੋਏਗਾ, ਤੇ ਜੇ ਸਾਡੇ ਅੰਦਰ ਵੈਰ ਆ, ਦਵੈਸ਼ ਆ, ਵਿਰੋਧ ਆ, ਤੇ ਫਿਰ ਸਾਡੇ ਅੰਦਰ ਕਦੇ ਵੀ ਭਲਾ ਨਹੀਂ ਵਾਪਰ ਸਕਦਾ ਤੇ ਨਾ ਹੀ ਫਿਰ ਗੁਰੂ ਦੇ ਦਰ ਤੇ ਅਸੀਂ ਪ੍ਰਵਾਨ ਹੋ ਸਕਦੇ। ਸੋ ਇਹ ਸਾਰੀਆਂ ਜਾਚਨਾ ਕਰਨ ਤੋਂ ਬਾਅਦ ਜਿਹੜੀ ਫਿਰ ਅਗਲੀ ਜਾਚਨਾ ਕੀਤੀ ਜਾਂਦੀ ਹੈਗੀ ਆ, ਇਸ ਤੋਂ ਬਾਅਦ ਇੱਥੇ ਅਰਦਾਸ ਦੀ ਜਿਹੜੀ ਆ ਸੰਪੂਰਨਤਾ ਹੋ ਜਾਂਦੀ ਆ। ਫਿਰ ਫਤਿਹ ਦੀ ਜਿਹੜੀ ਆ ਉਹ ਸਾਂਝ ਪਾਈ ਜਾਂਦੀ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਆ ਉਹ ਬੁਲਾਈ ਜਾਂਦੀ ਆ। ਤੇ ਉਸ ਤੋਂ ਬਾਅਦ ਇੱਕ ਦੋਹਰਾ ਪੜਿਆ ਜਾਂਦਾ ਆ, ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ। ਹੁਣ ਇਸ ਦੋਹਰੇ ਦੇ ਵਿੱਚ ਜਿਹੜੀ ਭਾਵਨਾ ਹੈਗੀ ਸਾਧ ਸੰਗਤ ਜੀ, ਕਿ ਜਿਸ ਪੰਥ ਦੀ, ਜਿਸ ਧਰਮ ਦੀ ਅਸੀਂ ਜਿਸ ਦੇ ਰਸਤੇ ਉੱਤੇ ਚੱਲਦੇ ਆ, ਉਹ ਧਰਮ ਦਾ ਜਿਹੜਾ ਆਗਾਜ਼ ਆ, ਉਸ ਦੀ ਜਿਹੜੀ ਸ਼ੁਰੂਆਤ ਆ, ਉਹ ਕਿਸੇ ਮਨੁੱਖ ਦੇ ਦੁਆਰਾ ਨਹੀਂ ਹੋਈ, ਉਹ ਅਕਾਲ ਪੁਰਖ ਦੇ ਹੁਕਮ 'ਚ ਹੋਈ। ਉਹ ਕੋਈ ਕਿਸੇ ਬੰਦੇ ਦੁਆਰਾ ਪੈਦਾ ਕੀਤਾ ਹੋਇਆ ਧਰਮ ਨਹੀਂ ਹੈਗਾ। ਇਹ ਆਗਿਆ ਅਕਾਲ ਦੀ ਨਾਲ ਸ਼ੁਰੂ ਹੋਇਆ ਧਰਮ ਹੈਗਾ ਆ। ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ। ਇਹ ਰਸਤਾ ਜਿਹੜਾ ਗੁਰੂ ਪਾਤਸ਼ਾਹ ਨੇ ਸਾਨੂੰ ਦਿੱਤਾ ਹੈਗਾ ਆ, ਇਹ ਵੀ ਵਾਹਿਗੁਰੂ ਦੁਆਰਾ ਸਥਾਪਿਤ ਕੀਤਾ ਹੋਇਆ ਰਸਤਾ ਹੈਗਾ ਆ। ਤੇ ਇਸ ਦੇ ਵਿੱਚ ਜਿਹੜੀ ਦੂਸਰੀ ਜਾਚਨਾ ਕੀਤੀ ਜਾਂਦੀ ਆ, ਸਭ ਸਿੱਖਣ ਕੋ ਗੁਰੂ ਮਾਨਿਓ ਗ੍ਰੰਥ।
कि ये हुक्म आ गुरु का, ये ऑप्शन नहीं हैगी। असी मुनकर नहीं हो सकते कि गुरु पातशाह साडे, गुरु ग्रंथ साहब साडे गुरु नहीं हैगे। ते जिहड़ा फिर गुरु के रस्ते ते चलण का हुक्म आ वो भी सानू पूरा करना पेगा। एक गल दे विच तुसीं अपनी जिंदगी दे विच सुनी भी होएगी, बहुत सारे जिहड़े वीर ने भैणां ने वो वरतदे भी ने कि असी गुरु ग्रंथ साहब नूं ते गुरु मनदे आ पर गुरु दी नहीं मनदे। गुरु ते मनदे आ पर गुरु दी नहीं मनदे कि जो गुरु पातशाह सानू कह रहे ने असी उस दे उत्ते चलण तो असमर्थ हो जाते हैं। फिर दोहरा पढ़न तो बाद इस दोहरे दे विच गुरु कलगीधर पातशाह दे उत्ते भी आस्था जिहड़ी आ वो रखी जाती आ कि सो हमरी रक्षा करे गुरु कलगीधर जगदीश जिहड़ा हैगा आ कि गुरु पातशाह मेरे अंग संग ने। ते जदों समुची अरदास नूं असीं देखदे हां गुरु पातशाह दे अगे जिहड़ी जाचना आ कि वाहिगुरु गुरु पातशाह मेरे हमेशा अंग संग हैगे ने, इहदी बार बार जिहड़ा दोहरा आ वो अरदास दे विच कीता गया हैगा। ते अंत दे विच फिर जयकारा बुलाया जाता, बोले सो निहाल सत श्री अकाल, कि जिहड़े बोलण वाले ने अकाल पुरख की जिहड़ी हैगी आ वो हमेशा वाहिगुरु थिर रहण वाला आ, उहदी हमेशा जय जयकार होवे। तो इस दे नाल ही जिहड़ी अरदास की जिहड़ी संपूर्णता आ वो हो जाती आ। हुण साध संगत जी अज तो 11 हफ्ते पहलां जिहड़ी असीं ये विचारां की लड़ी शुरू कीती सी कि एक ओंकार वाहिगुरू जी की फतेह तो लैके जयकारे तक जो जो कुछ भी अरदास दे विच असीं साझा कीता, उस दे विच जिहड़े अहम नुकते आए ने वो ने कि सिख ने सिर्फ एक अकाल पुरख दे विच विश्वास रखना हैगा आ ते उसकी जिहड़ी आस्था आ वो अपने गुरु पातशाह दे विच हैगी आ, जिसनूं डिठण दे नाल उस ते हर तरह के दुख जिहड़े ने वो कट्टे जांदे ने। उहदे अंदर जिहड़ियां नाम रूपी गुण ने उन्हां दी बख्शिश हुंदी आ। तेग बहादुर सिमरिए कर नौ निदे आवे ताए, ये सारियां जिहड़ियां चीज़ां ने साडियां अकाल पुरख ते गुरु पातशाह दे विच भरोसे नूं बन्नदियां ने। ते फिर 10 पातशाही की जोत जिहड़ी आ श्री गुरु ग्रंथ साहिब नूं स्वीकार किया जाता है कि इन्ना इस पावन गुरु ग्रंथ साहिब दे विच जदों असीं गुरु घर दे विच बैठे हुन्ने आ, सानूं ये पूरी तरह एहसास होना चाहिए कि असीं गुरु की गोद दे विच बैठे हैगे। उन्हां नूं याद करन तो बाद फिर 5 प्यारियां नूं, 4 साहिबजादियां, 40 मुक्तियां जां उन्हां शहीदां ਸਿੰਘਾਂ ਸਿੰਘਣੀਆਂ नूं याद किया जाता जिन्हां ने नाम की कमाई की, जिन्हां ने वंड के छकिया, जिन्हां ने नाम जपिया। कि जिंदगी दे विच कमाईयां असीं सारे करदे आ पर एक कमाई नाम रूपी भी हुंदी आ, जिस नूं कमाउंदियां कमाउंदियां सिख दी जे जीवन है वह भी चला जाए तो उस तो कदे पिछे नहीं हटदा। तो इस दे नाल ही एक अगली जाचना हुंदी आ देख के अनडिठ किता। ये भी एक बड़ी वड्डी वैल्यू हैगी आ कि जदों असीं संसार विच विचरना हैगा आ, विचरदियां जे कोई साडियां अखां सामने जां जिन्हों असीं जानते हैं इस तरह की घटना वापरदी आ, जिन्हों असीं माड़ी समझते हैं, असीं उहनूं उछालना नहीं हैगा, बिल्कुल अनडिठ कर देना। खिमा की जिहड़ी भावना आ वो साडे अंदर होनी चाहिए है। जे असीं गुरु पातशाह अगे अरदास करते हैं कि मेरे माड़े कर्मां करके मैनूं खिमा करिओ, तो साडे अंदर भी ये भावना होनी चाहिए है। जे कोई साडे नाल संसार च वधीकी हुंदी आ तो साडे अंदर भी वो खिमा की जिहड़ी भावना आ वो होनी चाहिए है। फिर 5 तख्तां सरबत गुरुद्वारियां दा ध्यान धरिया जाता है। ये अरदास का मंगला चरण चल रहा जी हजे, जिस दे विच अकाल पुरख गुरु साहिब शहीद ਸਿੰਘਾਂ ਸਿੰਘਣੀਆਂ 5 प्यारियां तख्तां गुरुद्वारियां नूं नतमस्तक होया जाता। तो फिर जिहड़ी पहली जाचना की जाती है प्रथमे सरबत खालसा जी की अरदास है जी, तो उस दे विच मंगिया की जाता है उस अरदास दे विच सिखां नूं सिੱਖੀ दान, केस दान, रहत दान, कि वो दान जिहड़े साडे जीवन का एक अटुट अंग ने, जिसनूं मंग के सिख ने गुरु द्वारा दसे हुए राह ते चलना आ। फिर उस तो बाद चौंकियां, झंडे, बूंगे, जुगो जुग अटल जिहड़ा हैगा आ, वो सारियां संस्थावां जिन्हां ने सिੱਖੀ दे बूटे नूं, इसकी महक नूं खिलारन दे विच बहुत वड्डा योगदान पाया, उन्हां नूं याद किया जाता है। अरदास दे विच सिख धर्म की विचारधारा, इसकी फिलोसफी, इसका दर्शन, इसका इतिहास, इस दियां संस्थावां ते सिख दियां मंगां जिहड़ियां ने, ये सारियां दा एक गुलदस्ता इस अरदास दे विच सानूं मिलदा आ।
ਤੇ ਇਸ ਲਈ ਜਦੋਂ ਵੀ ਅਰਦਾਸ ਕਰਨੀ ਸਾਧ ਸੰਗਤ ਜੀ, ਇਹਦੇ ਇੱਕ ਇੱਕ ਸ਼ਬਦ ਨੂੰ ਸਮਝਣਾ ਆ, ਉਸ ਦੇ ਪਿੱਛੇ ਛੁਪੇ ਅਰਥਾਂ ਨੂੰ, ਉਸ ਦੇ ਪਿੱਛੇ ਛੁਪੇ ਇਤਿਹਾਸ ਨੂੰ ਜਾਣਨਾ ਹੈਗਾ ਆ। ਫਿਰ ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ, ਕਿ ਜਦੋਂ ਵੀ ਇਸ ਸੰਸਾਰ ਦੇ ਵਿੱਚ ਵਿਚਰਨਾ ਹੈਗਾ, ਅਸੀਂ ਆਪਣਾ ਮਨ ਨੀਵਾਂ ਕਰਕੇ ਵਿਚਰਨਾ। ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਨਾ, ਤੇ ਗੁਰੂ ਪਾਤਸ਼ਾਹ ਨੇ ਇਸ ਤਰ੍ਹਾਂ ਦੇ ਬਹੁਤ ਸਾਰੇ ਸ਼ਬਦ ਵਰਤੇ ਨੇ ਜਿਹੜੇ ਸਾਨੂੰ ਮਨ ਨੀਵਾਂ ਰੱਖਣ ਦੀ ਤਾਕੀਦ ਕਰਦੇ ਨੇ। ਤੇ ਜਿਸ ਦੇ ਵਿੱਚ ਨਾਨਕ ਤਿਨਕੇ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਨੀਚਾਂ ਅੰਦਰ ਨੀਚ ਜਾਚ, ਨੀਚੀ ਹੂ ਅਤ ਨੀਚ। ਉਸ ਦੀ ਜਿਹੜੀ ਜਾਚਨਾ ਹੈਗੀ ਆ ਉਹ ਕੀਤੀ ਜਾਂਦੀ ਆ ਕਿ ਜਿਹੜਾ ਸਾਥ ਆ ਗੁਰੂ ਪਾਤਸ਼ਾਹ ਨੇ ਦੇਣਾ, ਉਹ ਸਿੱਖ ਦਾ ਦੇਣਾ ਆ ਜਿਹੜਾ ਮਨ ਨੀਵਾਂ ਕਰਕੇ ਸੰਸਾਰ ਦੇ ਵਿੱਚ ਵਿਚਰਦਾ ਹੈਗਾ। ਤੇ ਫਿਰ ਜਿਹੜਾ 47 ਦਾ ਦੁਖਾਂਤ ਆ ਉਹਨੂੰ ਯਾਦ ਕੀਤਾ ਜਾਂਦਾ ਆ, ਤੇ ਉਹਨੂੰ ਗੁਰਦੁਆਰਿਆਂ ਗੁਰਧਾਮਾਂ ਦੀ ਸੇਵਾ ਸੰਭਾਲ ਦਾ ਦਾਨ ਜਿਹੜਾ ਆ ਉਹ ਮੰਗਿਆ ਜਾਂਦਾ। ਤੇ ਉਸ ਤੋਂ ਬਾਅਦ ਜਿਹੜਾ ਅੱਜ ਦਾ ਇਹ ਲੈਕਚਰ ਆ, ਅੱਜ ਦਾ ਜਿਹੜਾ ਇਹ ਵਿਚਾਰ ਸੀ, ਉਹਦੀ ਸਾਂਝ ਪਾਈ ਜਾਂਦੀ ਆ ਸਾਧ ਸੰਗਤ ਜੀ। ਹੁਣ ਇਹ ਸਮੁੱਚੇ ਅਰਦਾਸ ਦੇ ਵਿੱਚੋਂ ਅਸੀਂ ਸਿੱਖਣਾ ਕੀ ਹੈਗਾ ਆ, ਇਹ ਬਹੁਤ ਜ਼ਰੂਰੀ ਆ। 11 ਹਫ਼ਤਿਆਂ ਦੇ ਵਿੱਚ ਜਿਹੜੀ ਵੀ ਅਸੀਂ ਵਿਚਾਰ ਕੀਤੀ ਆ, ਉਸ ਨੂੰ ਆਪਣੇ ਮਨ ਅੰਦਰ ਵਸਾਉਣਾ ਆ ਤੇ ਉਸ ਨੂੰ ਕਮਾਉਣਾ ਆ। ਤੇ ਜੀਵਨ ਦੇ ਵਿੱਚ ਹਰ ਕਾਰਜ ਕਰਨ ਲੱਗਿਆਂ ਸਿੱਖ ਨੇ ਅਰਦਾਸ ਦਾ ਪੱਲਾ ਜਿਹੜਾ ਆ ਉਹ ਫੜ ਕੇ ਰੱਖਣਾ ਹੈਗਾ। ਤੇ ਇਸ ਦੇ ਲਈ ਕਈ ਵਾਰੀ ਸਾਨੂੰ ਇਹ ਮਹਿਸੂਸ ਹੁੰਦਾ ਕਿ ਮੇਰੇ ਕੋਲ ਸ਼ਬਦ ਨਹੀਂ ਹੈਗੇ, ਮੈਂ ਅਰਦਾਸ ਕਿਸ ਤਰ੍ਹਾਂ ਕਰਾਂ, ਜਾਂ ਮੈਨੂੰ ਗਿਆਨੀ ਜੀ ਕੋਲ ਹੀ ਅਰਦਾਸ ਕਰਨ ਲਈ ਜਾਣਾ ਚਾਹੀਦਾ। ਇਸ ਤਰ੍ਹਾਂ ਦਾ ਕੋਈ ਵੀ ਜਿਹੜਾ ਮਨ ਦੇ ਵਿੱਚ ਵਹਿਮ ਭਰਮ ਨਹੀਂ ਰੱਖਣਾ। ਅਰਦਾਸ ਅਸੀਂ ਜਿੰਨੀ ਖੁਦ ਕਰਾਂਗੇ ਉਨੀ ਚੰਗੀ ਹੈਗੀ ਹੈ। ਤੇ ਇਸ ਦੇ ਲਈ ਸਿੱਖ ਮਿਸ਼ਨਰੀ ਸੁਸਾਇਟੀ ਦੁਆਰਾ ਇੱਕ ਕਿਤਾਬ ਵੀ ਤਿਆਰ ਕੀਤੀ ਗਈ ਹੈਗੀ ਆ। ਉਸ ਦੇ ਵਿੱਚ ਜ਼ਿੰਦਗੀ ਦੀਆਂ ਤਕਰੀਬਨ ਜਿੰਨੀਆਂ ਕਿ ਸਾਡੇ ਕਾਰਜ ਹੁੰਦੇ ਨੇ, ਉਹਨਾਂ ਕਾਰਜਾਂ ਨਾਲ ਸੰਬੰਧਿਤ ਅਰਦਾਸ ਦੀ ਉਹ ਜਿਹੜੀ ਕਿਤਾਬ ਆ ਉਹ ਤਿਆਰ ਕੀਤੀ ਗਈ ਹੈਗੀ। ਉਹਨਾਂ ਦੀ ਵੈਬਸਾਈਟ ਦੇ ਉੱਤੇ ਉਹਨਾਂ ਨੇ ਜਿਹੜਾ ਆਪਣਾ ਐਪ ਤਿਆਰ ਕੀਤਾ ਹੈਗਾ ਆ, ਉਸ ਦੇ ਵਿੱਚ ਵੀ ਇਹ ਉਹਦੀ ਜਿਹੜੀ ਵੱਖਰੇ ਵੱਖਰੇ PDF ਹੈਗੇ ਨੇ ਸਾਧ ਸੰਗਤ ਜੀ, ਉਹ ਤੁਸੀਂ ਵਰਤ ਸਕਦੇ ਹੋ, ਡਾਊਨਲੋਡ ਕਰ ਸਕਦੇ ਹੋ। ਤੇ ਜੇ ਇਹਨਾਂ ਛੋਟੀਆਂ ਛੋਟੀਆਂ ਅਰਦਾਸਾਂ ਦੇ ਨਾਲ ਸਾਡਾ ਇੱਕ ਗੁਰੂ ਦੇ ਨਾਲ ਜਿਹੜਾ ਆ ਉਹ ਰਿਸ਼ਤਾ ਬੱਝਾ ਰਹਿੰਦਾ। ਜੇ ਪ੍ਰਸ਼ਾਦਾ ਛਕਣ ਲੱਗੇ ਆ, ਸਿਰਫ ਵਾਹਿਗੁਰੂ ਤੇਰਾ ਦਿੱਤਾ ਖਾ ਰਹੇ ਹਾਂ, ਗੁਰਬਾਣੀ ਦੀ ਕੋਈ ਪੰਕਤੀ ਅਸੀਂ ਵਰਤ ਸਕਦੇ ਹੈਗੇ ਆ, ਸਫ਼ਰ 'ਤੇ ਜਾਣ ਲੱਗੇ ਆ, ਜਾਂ ਜ਼ਿੰਦਗੀ ਦਾ ਕੋਈ ਵੀ ਘਰੋਂ ਸਵੇਰੇ ਕੰਮ ਕਰਨ ਲੱਗੇ ਆ, ਤੁਰਨ ਲੱਗੇ ਆ, ਤੇ ਇਹ ਵੀ ਗੱਲ ਹੱਥ ਜੋੜ ਕੇ ਕਹਿ ਦੇਣੀ ਕਿ ਵਾਹਿਗੁਰੂ ਅੰਗ ਸੰਗ ਸਹਾਈ ਰਹਿਣਾ। ਇਹ ਵੀ ਆਪਣੇ ਆਪ ਦੇ ਵਿੱਚ ਇੱਕ ਸੰਪੂਰਨ ਅਰਦਾਸ ਹੈਗੀ ਆ। ਅਰਦਾਸ 2 ਸ਼ਬਦਾਂ ਦੇ ਵਿੱਚ ਵੀ ਪੂਰੀ ਹੋ ਸਕਦੀ ਆ। ਜ਼ਰੂਰੀ ਨਹੀਂ ਹੁੰਦਾ ਕਿ ਅਰਦਾਸ ਕਰਨ ਦੇ ਲਈ ਸਾਨੂੰ ਕੋਈ 5 7 10 ਮਿੰਟ ਖੜਨਾ ਪਏ। ਛੋਟੇ ਛੋਟੇ ਬਚਨਾਂ ਦੇ ਵਿੱਚ ਵੀ ਜਿਹੜੀ ਅਰਦਾਸ ਆ ਉਸ ਦੀ ਸੰਪੂਰਨਤਾ ਜੇ ਸਾਡੇ ਮਨ 'ਚ ਭਾਵਨਾ ਹੈਗੀ ਹੈ ਤੇ ਹੋ ਸਕਦੀ ਆ। ਸਾਧ ਸੰਗਤ ਜੀ, ਇਸ ਦੇ ਲਈ ਸਿੰਘ ਸਭਾ ਜੋ ਵੀ ਵਿਚਾਰਾਂ ਦੀ ਲੜੀ ਚੱਲੀ, ਸਿੰਘ ਸਭਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਸਿੱਖ ਮਿਸ਼ਨਰੀ ਸੁਸਾਇਟੀ ਦੀ ਤਰਫੋਂ ਬਹੁਤ ਬਹੁਤ ਧੰਨਵਾਦ। ਤੇ ਸਭ ਤੋਂ ਵੱਡਾ ਧੰਨਵਾਦ ਗੁਰੂ ਪਾਤਸ਼ਾਹ ਦਾ ਤੇ ਬੈਠੀ ਗੁਰੂ ਪਿਆਰੀ ਸਾਧ ਸੰਗਤ ਦਾ ਕਿ ਤੁਸੀਂ ਸਾਰਿਆਂ ਨੇ ਬੜੇ ਪਿਆਰ ਦੇ ਨਾਲ ਇੱਥੇ ਆ ਕੇ ਗੁਰੂ ਘਰ ਦੇ ਵਿੱਚ ਹਾਜ਼ਰੀਆਂ ਭਰਦੇ ਹੋ। ਕਿਉਂਕਿ ਜੇ ਬੁਲਾਰਾ ਇਕੱਲਾ ਹੀ ਹੋਏ ਤੇ ਸਾਹਮਣੇ ਸੰਗਤ ਨਾ ਸੁਣਨ ਵਾਲੀ ਹੋਏ ਤੇ ਬੰਦੇ ਦੇ ਜਿਹੜੇ ਫਿਰ ਥੋੜ੍ਹੇ ਹੌਸਲੇ ਨੇ ਉਹ ਵੀ ਬੁਲੰਦ ਨਹੀਂ ਹੁੰਦੇ। ਉਹ ਵੀ ਫਿਰ ਇਸ ਤਰ੍ਹਾਂ ਲੱਗਦਾ ਕਿ ਸੰਗਤ ਦਾ ਜਿਹੜਾ ਇੰਟਰਸਟ ਆ ਉਹ ਨਹੀਂ ਵੱਜ ਰਿਹਾ। ਪਰ ਤੁਸੀਂ ਸਾਰੇ ਬੜੇ ਚੰਗੇ ਕਰਮਾਂ ਭਾਗਾਂ ਵਾਲੇ ਹੋ ਕਿ ਗੁਰੂ ਘਰ ਦੇ ਵਿੱਚ ਤੁਸੀਂ ਹਾਜ਼ਰੀ ਭਰਦੇ ਹੈਗੇ ਹੋ ਆ ਕੇ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਅੱਜ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਲਈ ਗੁਰੂ ਪਾਤਸ਼ਾਹ ਸਾਧ ਸੰਗਤ ਬਖਸ਼ਣਯੋਗ ਆ, ਬਖਸ਼ ਲੈਣਾ। ਦਿਓ ਖਿਮਾ ਦੀ ਜਾਚਨਾ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।